ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ ਔਰ ਇਹਦੇ ਵਿੱਚ ਵੱਖੋ ਵੱਖਰੇ ਆਈਡੀਆਜ਼ और ਵੱਖੋ ਵੱਖਰੇ एनालिसिस ਜਿਹੜੇ ਹੈ ਹੋ ਰਹੇ ਨੇ। ਸੁਖਪਾਲ ਸਿੰਘ ਖਹਿਰਾ ਲੀਡਰ ਆਫ ਆਪੋਜੀਸ਼ਨ ਸੀਗੇ ਪੰਜਾਬ ਅਸੈਂਬਲੀ ਦੇ ਅੰਦਰ और ਕੀ ਰੈਫਰੈਂਡਮ ਦੀ ਉਹਨਾਂ ਨੇ ਗੱਲ ਕਹੀ ਸੀਗੀ। ਅੱਜ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖ ਰਹੇ ਨੇ। ਸੁਖਪਾਲ ਸਿੰਘ ਖਹਿਰਾ ਮੇਰੇ ਨਾਲ ਨੇ। ਸਰ ਕਿਉਂ ਤੁਹਾਨੂੰ ਲੱਗਦਾ ਕਿ ਚਿੱਠੀ और ਰੈਫਰੈਂਡਮ ਇਹ ਜਿਹੜੀ ਚੀਜ਼ਾਂ ਨੇ ਇਹਦੇ ਕੀ ਐਨਾਲਿਸਿਸ ਪਰ ਤੁਸੀਂ मतलब ਇੱਕ ਤਾਂ ਇਹ ਗੱਲ ਹੈ ਕਿ ਜਦੋਂ ਕਿਸੇ ਮਸਲੇ ਦੇ ਉੱਤੇ ਡੈਡਲੌਕ ਹੋ ਜਾਏ, ਜਿੱਦਾਂ ਹੁਣ ਇਸ ਵਕਤ ਕੀ ਹੋਇਆ ਕਿ ਬੀਜੇਪੀ ਗਵਰਨਮੈਂਟ ਵੀ ਪਿੱਛੇ ਨਹੀਂ ਹਟ ਰਹੀ ਤੇ ਜਿਹੜੇ ਪੰਜਾਬ ਦੇ ਕਿਸਾਨ ਤੇ ਨੌਜਵਾਨ ਤੇ ਵੱਖ-ਵੱਖ ਵਰਗਾਂ ਦੇ ਲੋਕ ਐਡੀ ਵੱਡੀ ਤਾਦਾਦ ਵਿੱਚ ਦਿੱਲੀ ਪਿਛਲੇ 17-18 ਦਿਨ ਤੋਂ ਜਾ ਕੇ ਟਿਕ ਗਏ ਨੇ, ਉਹ ਵੀ ਆਪਣੇ ਮੰਗਾਂ ਤੋਂ ਪਿੱਛੇ ਨਹੀਂ ਹਟਦੇ ਕਿਉਂਕਿ ਉਹਨਾਂ ਦੀ ਮੰਗਾਂ ਬੜੀਆਂ ਵਾਜਬ ਔਰ ਬੜਾ ਕਿਸਾਨੀ ਦੇ ਹਿੱਤ ਦੀਆਂ ਗੱਲਾਂ ਕਰ ਰਹੇ ਨੇ, ਕਿਸੇ ਦਾ ਜ਼ਾਤੀ ਮਫਾਦ ਨਹੀਂਗਾ। ਇਸ ਲਈ ਹੁਣ ਇਸ ਤਰ੍ਹਾਂ ਦੇ ਡੈਡਲੌਕ ਨੂੰ ਖਤਮ ਕਰਨ ਵਾਸਤੇ ਕੋਈ ਤਾਂ ਸੋਲੂਸ਼ਨ ਚਾਹੀਦਾ ਨਾ। ਤੇ ਅੱਜ ਦੀ ਡੇਟ ਵਿੱਚ, ਅੱਜ ਦੇ ਯੁੱਗ ਵਿੱਚ ਸਭ ਤੋਂ ਪੀਸਫੁਲ, ਸ਼ਾਂਤਮਈ ਔਰ ਸਭ ਤੋਂ ਲੌਜੀਕਲ ਜਿਹੜਾ ਮੈਂ ਸਮਝਦਾ ਵਾਂ ਇੱਕ ਰਸਤਾ ਹੈ ਉਹ ਹੈ ਰਾਏਸ਼ੁਮਾਰੀ ਦਾ ਜਾਂ ਰੈਫਰੈਂਡਮ ਦਾ। ਔਰ ਕਿਉਂਕਿ ਕੁਛ ਸਾਨੂੰ ਸੰਕੇਤ ਆ ਰਹੇ ਨੇ ਕਿ ਬੀਜੇਪੀ ਦੀ ਗਵਰਨਮੈਂਟ ਸ਼ਾਇਦ ਜ਼ੋਰ ਅਜਮਾਈ ਕਰਨਾ ਚਾਹੁੰਦੀ ਆ, ਉੱਥੋਂ ਧਰਨੇ ਨੂੰ ਜ਼ਬਰਦਸਤੀ ਚੱਕਣਾ ਚਾਹੁੰਦੀ ਆ। ਅਗਰ ਉਹਨਾਂ ਨੇ ਇਸ ਤਰ੍ਹਾਂ ਦੀ ਗਲਤੀ ਕੀਤੀ ਤਾਂ ਬਹੁਤ ਵੱਡੇ ਭੈੜੇ ਇਹਦੇ ਅਸਰ ਹੋਣਗੇ, ਬਹੁਤ ਦੂਰ ਤੱਕ, ਔਰ ਖੂਨ ਖਰਾਬਾ ਹੋਵੇਗਾ, ਕਤਲੋ ਗਾਰਤ ਹੋਵੇਗੀ ਕਿਉਂਕਿ ਜਿਹੜੇ ਉੱਥੇ ਲੋਕ ਪਹੁੰਚੇ ਹੋਏ ਨੇ ਉਹਨਾਂ ਦਾ ਇਰਾਦਾ ਬਹੁਤ ਦ੍ਰਿੜ ਹੈ। ਇਸ ਲਈ ਆਪਣੇ ਹੀ ਦੇਸ਼ ਵਿੱਚ ਜਿੱਦਾਂ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ, 36 ਸਾਲ ਹੋ ਗਏ, ਉਹ ਧੱਬਾ ਹਲੇ ਦੇਸ਼ ਤੋਂ ਲੈਂਦਾ ਨਹੀਂ ਪਿਆ। ਇਸ ਲਈ ਇਸ ਤਰ੍ਹਾਂ ਦੀ ਗਲਤੀ ਕਰਨ ਦੀ ਬਜਾਏ ਗਵਰਨਮੈਂਟ ਨੂੰ ਸਿੰਪਲ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਰਾਏਸ਼ੁਮਾਰੀ ਕਰਾ ਲੈਣੀ ਚਾਹੀਦੀ। ਕਿਉਂਕਿ ਇਹ ਰਾਏਸ਼ੁਮਾਰੀ ਦੀ ਤਾਂ ਮੈਂ ਵਜਾਹਤ ਕਰ ਰਿਹਾ ਕਿਉਂਕਿ ਬੀਜੇਪੀ ਇਹ ਕਹਿ ਰਹੀ ਆ ਸਰਕਾਰ ਕਿ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਅਸੀਂ ਹਿੱਤ ਵਿੱਚ ਬਣਾਏ ਨੇ, ਜਦ ਕਿ ਕਿਸਾਨ ਹਾਹਾਕਾਰ ਮਚਾ ਰਹੇ ਨੇ ਪੰਜਾਬ ਤੇ ਹਰਿਆਣਾ ਦਾ ਖਾਸ ਤੌਰ ਤੇ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਕਦੇ ਵੀ ਐਕਸੈਪਟ ਨਹੀਂ ਕਰਾਂਗੇ। ਔਰ ਜਦੋਂ ਇਹ ਨੌਬਤ ਆ ਜਾਵੇ ਤਾਂ ਫਿਰ ਕਿੱਦਾਂ ਪਤਾ ਲੱਗੂਗਾ ਕਿ ਕਿਹੜੀ ਧਿਰ ਠੀਕ ਆ। ਮੈਂ ਉਸ ਗੱਲ ਨੂੰ ਕੰਪਲੀਟ ਕਰ ਲੈਣ ਦਿਓ। ਮੈਂ ਕਹਿੰਦਾ ਕਿ ਪੰਜਾਬ ਤੇ ਹਰਿਆਣੇ ਵਿੱਚ ਇੱਕ ਰੈਫਰੈਂਡਮ ਕਰਾ ਲਓ, ਵੋਟ ਪਵਾ ਲਓ, ਰਾਏਸ਼ੁਮਾਰੀ ਕਰਾ ਲਓ। ਜਿਸ ਧਿਰ ਦੀ ਨੂੰ ਜ਼ਿਆਦਾ ਵੋਟ ਪੈ ਜਾਏਗੀ ਉਹ ਦੂਜੀ ਧਿਰ ਉਹਦਾ ਫੈਸਲਾ ਪ੍ਰਵਾਨ ਕਰ ਲੇ। ਔਰ ਰੈਫਰੈਂਡਮ ਦੀ ਗੱਲ ਕੋਈ ਨਵੀਂ ਨਹੀਂ ਮੈਂ ਕਹਿ ਰਿਹਾ। ਆਪਣੇ ਦੇਸ਼ ਵਿੱਚ ਗੋਆ ਜਦੋਂ ਇੰਡੀਪੈਂਡੈਂਟ ਹੋਈ ਨਾ ਤੇ ਉਦੋਂ ਉਹਦੀ ਸਰਕਾਰ ਦੇ ਯਤਨ ਸੀ ਕਿ ਗੋਆ ਨੂੰ ਅਸੀਂ ਮਹਾਰਾਸ਼ਟਰ ਦੇ ਨਾਲ ਮਿਲਾ ਦਿੱਤਾ ਜਾਵੇ। ਉੱਥੇ ਵੀ ਹਾਹਾਕਾਰ ਮਚੀ, ਬਹੁਤ ਰੌਲਾ ਪਿਆ। ਅਲਟੀਮੇਟਲੀ ਗੋਆ ਦਾ 1967 ਵਿੱਚ ਰੈਫਰੈਂਡਮ ਰਾਹੀਂ ਗੋਆ ਨੂੰ ਆਪਣੀ ਇੱਕ ਸਟੇਟ ਬਣਾਉਣ ਦਾ ਮੌਕਾ ਮਿਲਿਆ। ਜੂਨਾਗੜ੍ਹ ਇੱਕ ਪ੍ਰਿੰਸਲੀ ਸਟੇਟ ਸੀ ਜਦੋਂ ਭਾਰਤ ਆਜ਼ਾਦ ਹੋਇਆ। ਉਸ ਵਕਤ ਉਹਨਾਂ ਸਟੇਟਾਂ ਨੂੰ ਭਾਰਤ ਵਿੱਚ ਕਿੱਦਾਂ ਸ਼ਾਮਿਲ ਕੀਤਾ ਜਾਵੇ ਉਹ ਵੀ ਇੱਕ ਮੁੱਦਾ ਸੀ। ਤਾਂ ਜੂਨਾਗੜ੍ਹ ਦੀ ਸਟੇਟ ਨੂੰ ਭਾਰਤ ਵਿੱਚ ਸ਼ਾਮਿਲ ਕਰਨ ਵਾਸਤੇ ਵੀ ਰਾਏਸ਼ੁਮਾਰੀ ਪਲੇਬਸਾਈਟ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੁਨੀਆ ਭਰ ਦੇ ਵਿੱਚ ਲੇਟੈਸਟ ਹੁਣ ਇੰਗਲੈਂਡ ਦਾ ਹੋਇਆ। ਇੰਗਲੈਂਡ ਵਿੱਚ ਬਹੁਤ ਸਾਰੇ ਲੋਕ ਨਹੀਂ ਸੀ ਚਾਹੁੰਦੇ ਕਿ ਅਸੀਂ ਯੂਰਪੀਅਨ ਯੂਨੀਅਨ ਜਿਹੜੀ ਸੀਗੀ ਆਰਥਿਕ ਤੌਰ ਤੇ ਅਸੀਂ ਉਸ ਗੱਠਜੋੜ ਵਿੱਚ ਰਹੀਏ। ਉਸ ਯੂਕੇ ਵਿੱਚ 2 ਰੈਫਰੈਂਡਮ ਹੋਏ ਤਾਜ਼ੇ। ਉਸ ਦਾ ਨਾਮ ਸੀਗਾ ਬ੍ਰੈਗਜ਼ਿਟ ਕਿ ਅਸੀਂ ਨਿਕਲਣਾ ਚਾਹੁੰਦੇ ਹਾਂ ਯੂਰਪੀਅਨ ਯੂਨੀਅਨ ਦੇ ਵਿੱਚੋਂ, ਅਸੀਂ ਆਪਣੇ ਦੇਸ਼ ਦੀ ਕਰੰਸੀ ਤੇ ਆਪਣੇ ਦੇਸ਼ ਦੀ ਆਰਥਿਕ ਵਿਵਸਥਾ ਅਲੱਗ ਰੱਖਣਾ ਚਾਹੁੰਦੇ ਹਾਂ। ਔਰ ਉਹ ਰੈਫਰੈਂਡਮ ਬਹੁਤ ਪੀਸਫੁਲੀ ਹੋਇਆ। ਸਿਰਫ ਵੋਟਾਂ ਪਾਉਣ ਦੇ ਨਾਲ ਇੰਗਲੈਂਡ ਦਾ ਭਵਿੱਖ ਜਿਹੜਾ ਤੈਅ ਹੋ ਗਿਆ, ਉਹ EU ਤੋਂ ਬਾਹਰ ਆ ਗਈ। ਕੈਨੇਡਾ ਵਿੱਚ ਇੱਕ ਪ੍ਰੋਵਿੰਸ ਆ ਕਿਊਬਿਕ, ਉਹ ਕਿਊਬਿਕ ਸਟੇਟ ਜਿਹੜੀ ਆ ਉੱਥੇ ਫ੍ਰੈਂਚ ਡੋਮੀਨੇਟਡ ਆ। ਉਹ ਲੋਕ ਫਰਾਂਸੀਸੀ ਲੋਕ ਮੰਗਦੇ ਸੀ ਕਿ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ, ਸਾਨੂੰ ਆਪਣਾ ਅਲੱਗ ਦੇਸ਼ ਦੇ ਦਿਓ। ਕੈਨੇਡਾ ਦੀ ਗਵਰਨਮੈਂਟ ਨੇ ਕਿਹਾ ਚੰਗਾ ਠੀਕ ਹੈ ਵੋਟ ਪਵਾ ਲੈਣੇ। 3 ਵਾਰ ਰੈਫਰੈਂਡਮ ਹੋਇਆ ਕਿਊਬਿਕ ਸਟੇਟ ਵਿੱਚ। ਮਾਰਜਨਲ ਜੀਆਂ ਵੋਟਾਂ ਤੇ ਉਹ ਧਿਰ ਰਹਿ ਜਾਂਦੀ ਸੀ ਜਿਹੜੀ ਅਲੱਗ ਦੇਸ਼ ਮੰਗਦੀ ਸੀ, ਪਰ ਉਹ ਮੰਨ ਗਏ ਕਿ ਠੀਕ ਹੈ ਸਾਡੇ ਨਾਲ ਬਹੁਤ ਗਿਣਤੀ ਲੋਕ ਨਹੀਂ ਹੈਗੇ। ਸੋ ਦੇਅਰਫੋਰ ਮਾਡਰਨ ਡੈਮੋਕ੍ਰੇਸੀ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਆਸਟ੍ਰੇਲੀਆ ਦੀ, US ਦੀ, ਉਹ ਤੁਹਾਨੂੰ ਲੱਗਦਾ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਲਾਗੂ ਨੇ? ਕਿਉਂਕਿ US ਦੇ ਅੰਦਰ ਤਾਂ ਉਹਨਾਂ ਦੇ ਕਨਸਟੀਟਿਊਸ਼ਨ 'ਚ ਹੈ ਕਿ ਰੈਫਰੈਂਡਮ ਹੁੰਦਾ, ਕੋਈ ਵੀ ਲਾਅ ਬਣਦਾ ਹੈ ਫਿਰ ਰੈਫਰੈਂਡਮ ਹੁੰਦਾ ਹੈ। ਇੱਥੇ ਕਨਸਟੀਟਿਊਸ਼ਨ ਦਾ ਉਹ ਚੀਜ਼ ਹਿੱਸਾ ਨਹੀਂ। ਮੈਂ ਤੁਹਾਨੂੰ ਉਦਾਹਰਨ ਦਿੱਤਾ ਨਾ ਕਿ ਗੋਆ 1967 ਵਿੱਚ ਰੈਫਰੈਂਡਮ ਦੇ ਰਾਹੀਂ ਸੈਪਰੇਟ ਸਟੇਟ ਦਾ ਉਹਨਾਂ ਨੂੰ ਸਟੇਟਸ ਮਿਲਿਆ ਵਾ। ਔਰ ਕਨਸਟੀਟਿਊਸ਼ਨ ਕਿਹਦਾ ਵਾ? ਅੱਜ ਕਨਸਟੀਟਿਊਸ਼ਨ ਵਿੱਚ ਮੈਨੂੰ ਹੁਣ ਐਗਜ਼ੈਕਟ ਨਹੀਂ ਨੰਬਰ ਪਤਾ ਕਿੰਨੀਆਂ ਅਮੈਂਡਮੈਂਟਸ ਕੀਤੀਆਂ ਗਈਆਂ, ਸ਼ਾਇਦ ਸੈਂਕੜੇ ਤੋਂ ਉੱਤੇ ਅਮੈਂਡਮੈਂਟਸ ਹੋ ਚੁੱਕੀਆਂ ਨੇ ਆਪਣੇ ਸੰਵਿਧਾਨ ਦੇ ਵਿੱਚ। ਠੀਕ ਹੈ, ਇਸ ਕਰਕੇ ਇਹ ਸੈਂਕੜੇ ਜਿਹੜੀਆਂ ਅਮੈਂਡਮੈਂਟਸ ਹੋਈਆਂ ਤੇ ਇੱਕ ਅਮੈਂਡਮੈਂਟ ਹੋਰ ਕਰਕੇ ਇੱਕ ਰੈਫਰੈਂਡਮ ਨੂੰ ਹੀ ਉਹਦੇ 'ਚ ਆਗਿਆ ਲੈ ਦੇਣ। ਔਰ ਨਾਲੇ ਵੈਸੇ ਵੀ ਮੈਂ ਕਹਿਣਾ ਚਾਹੁੰਦਾ ਕਿ ਜਦ ਸਾਰਾ ਬੀਜੇਪੀ ਕਹਿੰਦੀ ਆ ਕਿ ਜੀ ਇਹ ਕਿਸਾਨਾਂ ਦੇ ਹਿੱਤ ਵਿੱਚ ਆ, ਅਸੀਂ ਸਿਰਫ ਇਹ ਕਹਿੰਦੇ ਆ ਕਿ ਤੁਸੀਂ ਇਸ ਕਾਨੂੰਨ ਨੂੰ ਬਾਕੀ ਸਾਰੇ ਦੇਸ਼ ਦੀਆਂ ਸੂਬਿਆਂ ਵਿੱਚ ਲਾਗੂ ਕਰ ਦਿਓ ਜਿਹੜੇ ਚਾਹੁੰਦੇ ਨੇ। ਪੰਜਾਬ, ਹਰਿਆਣਾ ਜਾਂ ਜਿਹੜੀਆਂ ਪ੍ਰੋਟੈਸਟਿੰਗ ਸਟੇਟਸ ਆ ਇਹਨਾਂ ਨੂੰ ਛੱਡ ਦਿਓ। ਅਗਰ ਸਾਨੂੰ ਲੱਗਿਆ ਕਿ ਇਹ ਖੇਤੀ ਕਾਨੂੰਨ ਜਿਹੜੇ ਨੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਇਆ, ਫਾਇਦਾ ਹੋਇਆ, ਤਰੱਕੀ ਹੋਈ ਆ, ਅਸੀਂ 2-3 ਸਾਲ ਬਾਅਦ ਦੇਖਣ ਤੋਂ ਬਾਅਦ ਆਪੇ ਹੀ ਇਹ ਲਾਜ਼ ਅਡਾਪਟ ਕਰ ਲਾਂਗੇ। ਇਸ ਵੇਲੇ ਜ਼ਬਰ ਜ਼ੋਰ ਨਾਲ, ਧੱਕੇ ਨਾਲ, ਅਨਡੈਮੋਕ੍ਰੈਟਿਕ ਤਰੀਕੇ ਨਾਲ
ਕਿਉਂਕਿ ਪੰਜਾਬ ਦੀ ਵਿਧਾਨ ਸਭਾ ਵੀ ਮਤਾ ਪਾਸ ਕਰਕੇ ਇਹ ਕਾਨੂੰਨਾਂ ਨੂੰ ਰਿਜੈਕਟ ਕਰ ਚੁੱਕੀ ਆ। ਸਿਰਫ ਲੌਜੀਕਲ ਤਰੀਕੇ ਨਾਲ ਇੱਕ ਜਿੱਦਾਂ ਆਪਾਂ ਕਹਿੰਦੇ ਅੱਜ ਦੇ ਯੁੱਗ ਵਿੱਚ ਕਲਮ ਦਾ ਯੁੱਗ ਆ, ਇਸ ਯੁੱਗ ਵਿੱਚ ਇੱਕ ਅੱਛਾ ਰਾਹ ਵਾ ਤੇ ਗੋਲੀਆਂ ਚਲਾਉਣ ਨਾਲੋਂ, ਖੂਨ ਖਰਾਬਾ ਕਰਨ ਨਾਲੋਂ, ਲਾਠੀਆਂ ਮਾਰਨ ਨਾਲੋਂ 100 ਗੁਣਾ ਚੰਗਾ ਰਾਹ। ਦੋ ਚੀਜ਼ਾਂ ਹੈ, ਰੈਫਰੈਂਡਮ ਜੇਕਰ ਹੁੰਦਾ ਹੈ ਤਾਂ ਉਹਦੇ ਦੋ ਚੀਜ਼ਾਂ ਕਿ ਕਿਆ ਉਹ ਪੀਸਫੁਲ ਹੋਏਗਾ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਕਿਆ ਜੇ ਰੈਫਰੈਂਡਮ ਤੋਂ ਕੋਈ ਸਿੱਟਾ ਨਿਕਲਦਾ ਹੈ ਉਸ ਨੂੰ ਗਵਰਨਮੈਂਟ ਇੰਪਲੀਮੈਂਟ ਕਰੇਗੀ ਜਾਂ ਮੰਨੇਗੀ ਜਾਂ ਨਹੀਂ। ਕੈਟਾਲੋਨੀਆ ਦਾ ਤੁਸੀਂ ਟਵੀਟ 'ਚ ਐਗਜ਼ਾਮਪਲ ਦਿੱਤਾ ਸੀਗਾ, ਉੱਥੇ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਤੇ ਕੀਤਾ ਲੇਕਿਨ ਇਹਨੂੰ ਗਵਰਨਮੈਂਟ ਨਹੀਂ ਮੰਨੇਗੀ। ਤੀਜੀ ਚੀਜ਼ ਇਹ ਹੈ ਕਿ ਕਿਆ ਜੇ ਰੈਫਰੈਂਡਮ ਹੁੰਦਾ ਹੈ ਤਾਂ ਉਹਦੇ ਅੰਦਰ ਜੇ ਫਾਰਮ ਲਾਅ 'ਤੇ ਰੈਫਰੈਂਡਮ ਹੁੰਦਾ ਹੈ ਤਾਂ ਫਾਰਮਰਸ ਹੀ ਵੋਟ ਕਰਨਗੇ ਜਾਂ ਫਾਰਮਰਸ ਦਾ ਹੀ ਓਪੀਨੀਅਨ ਲੈ। ਇਹ ਚੀਜ਼ਾਂ ਨੇ ਤਿੰਨ ਜਿਸ ਤੇ ਕਿਉਂਕਿ ਕਨਫਿਊਜ਼ਨ ਇਸ ਤੇ ਹੈਗਾ। ਦੇਖੋ ਸਿੰਪਲ ਜੀ ਗੱਲ ਹੈਗੀ ਆ ਕਿ ਸਾਰੀ ਸਟੇਟ ਭਾਵੇਂ ਵੋਟ ਪਾਵੇ, ਪੂਰਾ ਪੰਜਾਬ, ਉਹ ਤੁਸੀਂ ਕਹਿੰਦੇ ਆ ਕਿ ਕੀ ਉਹ ਜਿਹੜਾ ਉਹ ਸ਼ਾਂਤਮਈ ਵੋਟ ਨਾਲੋਂ ਸ਼ਾਂਤਮਈ ਢੰਗ ਹੋਰ ਕਿਹੜਾ ਵਾ। ਸਿਰਫ ਰੈਫਰੈਂਡਮ ਮਤਲਬ ਕਿ ਇੱਕ ਵੋਟ ਲੈਣੀ ਆ, ਜਿੱਦਾਂ ਆਪਾਂ ਆਮ ਵੋਟਾਂ ਲੈ ਕੇ ਸਰਕਾਰ ਬਣਾਉਂਦੇ ਆ। ਆਪਾਂ ਮੰਨ ਜਾਂਦੇ ਨਾ ਕਿ ਫਲਾਣੇ ਲੈਟਸ ਸੇ 2017 ਵਿੱਚ ਦੂਜੀਆਂ ਪਾਰਟੀਆਂ ਕੀ ਕਹਿ ਰਹੀਆਂ ਸੀ ਸਰਕਾਰ ਬਣਾਵਾਂਗੇ, ਪਰ ਅੰਤ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਸਾਰਿਆਂ ਨੇ ਸਵੀਕਾਰ ਹੀ ਕੀਤੀ ਆ ਨਾ। ਔਰ ਜਦੋਂ ਅਸੀਂ ਕਹਿ ਰਹੇ ਹਾਂ ਰੈਫਰੈਂਡਮ, ਅਸੀਂ ਦੇਸ਼ ਦੀ ਸਰਕਾਰ ਨੂੰ ਕਹਿ ਰਹੇ ਹਾਂ, ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੂੰ, ਕਿ ਤੁਸੀਂ ਇਹਨਾਂ ਦੋ ਸਟੇਟਾਂ ਵਿੱਚ ਰੈਫਰੈਂਡਮ ਦੀ ਆਗਿਆ ਦਿਓ, ਵੋਟ ਲੈ ਲਓ, ਮਰਜ਼ੀ ਲੈ ਲਓ ਲੋਕਾਂ ਦੀ, ਭਾਵੇਂ ਸਾਰੇ ਪੰਜਾਬ ਦੀ ਲੈ ਲਓ। ਅਸੂਲਨ ਤਾਂ ਕਿਸਾਨਾਂ ਦੀ ਬਣਦੀ ਆ, ਕਿਉਂਕਿ ਕਿਸਾਨ ਨਹੀਂ ਕਰਨਗੇ ਨਾ। ਗੱਲ ਤਾਂ ਉਹੀ ਹੈ ਕਿ ਜਿਹੜਾ ਨਹੀਂ ਜੇ ਕਿਉਂਕਿ ਸਰ ਕੰਪਲਸ਼ਨ ਥੋੜੇ ਨਾ ਕਿ ਰੈਫਰੈਂਡਮ ਦੇ ਨਤੀਜੇ ਨੂੰ ਇੰਪਲੀਮੈਂਟ, ਉਹ ਫਿਰ ਝੂਠੇ ਤਾਂ ਹੋ ਜਾਣਗੇ ਨਾ ਜਿਹੜੇ ਕਹਿੰਦੇ ਨੇ ਰੋਜ਼ ਕਿ ਇਹ ਦੇਸ਼ ਦੇ ਹਿੱਤ ਵਿੱਚ ਤੇ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਨੇ। ਜੇ ਫਰਜ਼ ਕਰੋ ਵੋਟ ਇੱਕ ਮਿੰਟ ਵਾਸਤੇ ਮੰਨ ਲਓ ਕਿ ਪੰਜਾਬ ਤੇ ਹਰਿਆਣਾ ਦੇ ਲੋਕ ਜਿਹੜੇ ਨੇ ਉਹ ਬੀਜੇਪੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਵੋਟ ਪਾਉਂਦੇ ਨੇ, ਤਾਂ ਫਿਰ ਇੱਕ ਗੱਲ ਸਾਬਤ ਹੋ ਜਾਏਗੀ ਸਾਰੇ ਦੇਸ਼ ਵਿੱਚ ਕਿ ਬਹੁ ਗਿਣਤੀ ਲੋਕ ਜਿਹੜੇ ਨੇ ਉਹ ਇਸ ਕਾਨੂੰਨਾਂ ਦੇ ਉਲਟ ਨੇ। ਜਦ ਕਿ ਇਸ ਵਕਤ ਬੀਜੇਪੀ ਇਹ ਜਚਾ ਰਹੀ ਆ ਕਿ ਇਹ ਤਾਂ ਵਿਚੋਲੀਏ ਨੇ, ਇਹ ਤਾਂ ਨਕਸਲਵਾਦੀ ਨੇ, ਇਹ ਤਾਂ ਚੰਦ ਖਾਲਿਸਤਾਨੀ ਨੇ, ਇਹ ਤਾਂ ਐਂਟੀ ਸੋਸ਼ਲ ਐਲੀਮੈਂਟ ਆ, ਬਾਕੀ ਸਾਰਾ ਦੇਸ਼ ਸਾਡੇ ਨਾਲ ਹੈਗਾ। ਪਤਾ ਲੱਗ ਜੂਗਾ ਸਾਰੀ ਗੱਲ ਤਾਂ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਇਸ ਤਰੀਕੇ ਨਾਲੋਂ ਬਿਹਤਰ ਹੋਰ ਕੋਈ ਤਰੀਕਾ ਨਹੀਂ। ਇਸ ਲਈ ਇਸ ਮੁੱਦੇ ਦੇ ਉੱਤੇ ਅੱਜ ਅਸੀਂ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ, ਉਹਦੀ ਕਾਪੀ ਹੋਮ ਮਿਨਿਸਟਰ ਇੰਡੀਆ ਨੂੰ ਲਿਖਾਂਗੇ। ਆਈ ਪਰਸਨਲੀ ਫੀਲ ਕਿ ਦਿਸ ਇਜ਼ ਦ ਮੋਸਟ ਪੀਸਫੁਲ, ਮੋਸਟ ਐਮਿਕੇਬਲ ਵੇ ਐਂਡ ਮੋਸਟ ਲੌਜੀਕਲ ਵੇ ਟੂ ਸੈਟਲ ਏ ਡੈਡਲੌਕ ਜਿਹੜਾ ਵਿਚ ਇਜ਼ ਪੈਂਡਿੰਗ ਓਵਰ ਦ ਫਾਰਮਰ ਲਾਜ਼ ਨਾਓ। ਤੁਸੀਂ ਕਿਹੜੀ ਸਟੇਟਸ ਵੀ ਮੈਂਸ਼ਨ ਕੀਤੀਆਂ ਜਿਹੜੀ ਚਿੱਠੀ ਲਿਖ ਰਹੇ ਹੋ, ਉਹਦਾ ਥੋੜਾ ਜਿਹਾ ਦੱਸੋ। ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਿੱਥੇ ਲੋਕ ਵਿਰੋਧ ਕਰ ਰਹੇ ਨੇ, ਅਸੀਂ ਤਾਂ ਅਸਲ ਵਿੱਚ ਇਕੱਲੇ ਪੰਜਾਬ ਵਾਸਤੇ ਕਹਿ ਰਹੇ ਹਾਂ ਕਿ ਪੰਜਾਬ ਦੇ ਇਸ ਡੈਡਲੌਕ ਨੂੰ ਤੋੜਨ ਲਈ ਤੁਸੀਂ ਇੱਕ ਵਾਰੀ ਰਾਏਸ਼ੁਮਾਰੀ ਕਰਾ ਲਓ, ਕਿਉਂਕਿ ਹਰਿਆਣੇ ਤੋਂ ਵੀ ਬਹੁਤ ਵੱਡੀ ਆਵਾਜ਼ ਆ ਰਹੀ ਆ। ਹਰਿਆਣਾ ਵੀ ਵਿਰੋਧ ਕਰ ਰਿਹਾ ਇਸ ਕਾਲੇ ਕਾਨੂੰਨਾਂ ਦਾ। ਤਾਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਿਹੜੀਆਂ ਸਟੇਟਸ ਇਸ ਦਾ ਵਿਰੋਧ ਕਰ ਰਹੀਆਂ, ਤੁਸੀਂ ਇੱਕ ਵਾਰੀ ਸਿੰਪਲ ਜੀ ਇੱਕ ਪਰਚੀ ਪਵਾ ਕੇ ਤਾਂ ਲੋਕਾਂ ਦਾ ਜਿਹੜੇ ਜਜ਼ਬਾਤ ਹੈ ਉਹਦੀ ਜਾਣਕਾਰੀ ਲੈ ਲਓ, ਕਿਉਂਕਿ ਉਦੋਂ ਤੱਕ ਪਤਾ ਨਹੀਂ ਨਾ ਲੱਗ ਰਿਹਾ। ਨੈਸ਼ਨਲ ਮੀਡੀਆ ਸਾਰਾ ਮੋਦੀ ਸਾਹਿਬ ਦੇ ਨਾਲ ਹੈ, ਉਹ ਕਹੀ ਜਾਂਦੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਆ, ਬਹੁਤ ਅੱਛੇ ਨੇ ਜੀ। ਇਹ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਤਾਂ ਸਿਰਫ ਲੈਟਸ ਸੇ ਕਿਸੇ ਅਖਬਾਰ ਨੇ ਲਿਖਿਆ 2 ਲੱਖ ਥੋੜਾ ਹੁੰਦਾ ਆਦਮੀ ਬੈਠਾ। 2 ਲੱਖ ਇਹ ਥੋੜਾ ਹੈਗਾ ਕਿ 3.25 ਕਰੋੜ ਆਬਾਦੀ ਨੇ ਉੱਠ ਕੇ ਸਾਰੇ ਪੰਜਾਬ ਨੇ ਉੱਥੇ ਬਾਰਡਰ ਤੇ ਪਹੁੰਚ ਜਾਣਾ ਵਾ। 2 ਲੱਖ ਆਦਮੀ ਵੀ ਜੇ ਮੰਨ ਲਓ ਇੱਕ ਮਿੰਟ ਜਿੱਦਾਂ ਸਰਕਾਰ ਕਹਿੰਦੀ ਆ, ਤੇ 2 ਲੱਖ ਆਦਮੀ ਪੰਜਾਬ ਦੇ 3.25 ਕਰੋੜ ਆਬਾਦੀ ਦੇ ਲੋਕਾਂ ਦੀ ਤਰਜਮਾਨੀ ਕਰ ਰਹੀ। ਔਰ ਉਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਅਸੀਂ ਜਦੋਂ ਰੈਜ਼ੋਲੂਸ਼ਨ ਪਾਸ ਕਰਦੇ ਹਾਂ, ਅਸੀਂ ਕੁੱਲ ਜਨਤਾ ਨੂੰ ਰਿਪਰੈਜ਼ੈਂਟ ਕਰਦੇ ਹਾਂ। 117 ਚੋਂ ਬੀਜੇਪੀ ਦੇ 2 MLA ਛੱਡ ਕੇ 115 ਬੰਦਿਆਂ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਵੋਟ ਪਾਈ ਆ। ਦੈਟ ਆਲਸੋ ਸ਼ੋਜ਼ ਅਸਲ ਵਿੱਚ ਤਾਂ ਰੈਫਰੈਂਡਮ ਵਗੈਰਾ ਕਿਸੇ ਚੀਜ਼ ਦੀ ਲੋੜ ਨਹੀਂ ਗਈ, ਪਰ ਕਿਉਂਕਿ ਗਵਰਨਮੈਂਟ ਬਜਿੱਦ ਆ ਔਰ ਸਾਨੂੰ ਇਹ ਖਦਸ਼ਾ ਵਾ ਕਿ ਗਵਰਨਮੈਂਟ ਜੇ ਉਹਦੇ ਤੇ ਕੋਈ ਵਿੰਡਿਕਟਿਵ ਐਕਸ਼ਨ ਲਊਗੀ, ਕੋਈ ਭੰਨ ਤੋੜ ਕਰੂਗੀ, ਕਿਉਂਕਿ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਡਰੋਨਸ ਰਾਹੀਂ, ਸੈਟੇਲਾਈਟਸ ਰਾਹੀਂ ਆਪਣੀਆਂ ਏਜੰਸੀਆਂ ਦੇ ਬੰਦੇ ਪਲੇਨ ਕੱਪੜਿਆਂ ਵਿੱਚ ਵਾੜ ਕੇ ਉਹ 'ਤੇ ਕਾਫੀ ਤਿਆਰੀ ਕਰ ਰੱਖੀ। ਔਰ ਹੁਣ ਪਤਾ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਸੜਕਾਂ ਨਾ ਪਿੰਡਾਂ 'ਚੋਂ ਹੋ ਕੇ ਆ ਰਹੀਆਂ ਸੀ ਇਸ ਧਰਨੇ ਦੇ ਵਿੱਚ, ਉਹਨਾਂ 'ਤੇ ਸੈਂਟਰਲ ਪੈਰਾਮਿਲਟਰੀ ਫੋਰਸਸ ਬਹੁਤ ਵੱਡੀ ਤਾਦਾਦ ਵਿੱਚ ਲਾਤੀਆਂ। ਤੁਸੀਂ ਕਹਿ ਰਹੇ ਹੋ ਫੋਰਸਿਸ ਉੱਥੇ ਲਗਾ ਰਹੇ, ਤੁਸੀਂ ਇਹ ਕਹਿ ਰਹੇ ਹੋ? ਮੈਂ ਤਾਂ ਅਸੀਂ ਤਾਂ ਆਪ, ਚਲੋ ਮੈਂ ਜਾ ਕੇ ਵੀ ਆਇਆ, ਮੈਂ ਦੇਖਿਆ ਸਾਰਾ ਕੁਝ ਨਾਕੇ, ਲੇਕਿਨ ਅੱਜ ਦੀ ਤਾਜ਼ਾ ਖਬਰ ਹੈ ਕਿ ਜਿਹੜੇ ਛੋਟੇ ਰਾਹ ਵੀ ਆਉਂਦੇ ਸੀ ਉੱਥੇ ਵੀ ਸੈਂਟਰਲ ਪੈਰਾਮਿਲਟਰੀ ਫੋਰਸਸ ਦੀ ਨਫਰੀ ਬਹੁਤ ਜ਼ਿਆਦਾ ਕਰਤੀ ਸਰਕਾਰ ਨੇ। ਕਿਸ ਬੇਸਿਸ ਤੇ ਖੈਰਾ ਸਾਹਿਬ ਕਹਿ ਰਹੇ ਹੋ? ਖਬਰਾਂ ਨੂੰ ਕੋਟ ਕਰਕੇ ਕਹਿ ਰਹੇ ਹੋ ਜਾਂ ਕੋਈ ਹੋਰ ਐਨਾਲਿਸਿਸ? ਨਹੀਂ, ਜਿਹੜੇ ਜ਼ਿੰਮੇਵਾਰ ਆਦਮੀ ਬੈਠੇ ਨੇ ਨਾ ਧਰਨੇ 'ਚ, ਉਹਨਾਂ ਨਾਲ ਸਾਡਾ ਸੰਪਰਕ ਆ। ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸਾਡੇ ਹੀ ਭਰਾ ਨੇ, ਜਿਹੜੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਜਾ ਕੇ ਬੈਠੇ ਆ, ਉਹਨਾਂ 'ਚੋਂ ਕਈਆਂ ਨੇ ਅੱਜ ਮੈਨੂੰ ਸਵੇਰੇ ਟੈਲੀਫੋਨ ਤੇ ਦੱਸਿਆ ਕਿ ਇਹਨਾਂ ਨੇ ਘੇਰਾਬੰਦੀ ਜਿਹੜੀ ਸ਼ੁਰੂ ਕਰਤੀ ਆ। ਜਿਹੜੇ ਛੋਟੇ ਰਸਤੇ ਜਾਂਦੇ ਸੀ ਨਾ, ਜਿਹੜੇ ਪਹਿਲਾਂ ਖੁੱਲ੍ਹੇ ਸੀਗੇ, ਉਹ ਨਾਕਿਆਂ ਦੇ ਉੱਤੇ ਪੈਰਾਮਿਲਟਰੀ ਫੋਰਸਸ ਬਹੁਤ ਉਹਨਾਂ ਦੀ ਗਿਣਤੀ ਵਧਾ ਦਿੱਤੀ ਆ। ਇਸ ਕਰਕੇ ਸਾਨੂੰ ਇਹ ਲੱਗਦਾ ਕਿ ਕਿਤੇ ਬੀਜੇਪੀ ਦੀ ਗਵਰਨਮੈਂਟ ਇਹ ਗਲਤੀ ਨਾ ਕਰੇ, ਕਿਉਂਕਿ ਇਹ ਜਿਹੜਾ ਅਗਰ ਕੋਈ ਉਹ ਇਸਤੇਮਾਲ ਕਰਨਗੇ ਫੋਰਸ, ਤਾਂ ਉੱਥੇ ਫਿਰ ਗੋਲੀ ਚੱਲੇਗੀ, ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਹੋਏਗਾ, ਬਹੁਤ ਜਾਨਾਂ ਜਾਣਗੀਆਂ। ਅਤੇ ਆਪਾਂ ਇੱਕ ਪਾਸੇ ਕਹਿੰਦੇ ਅਸੀਂ ਜਮਹੂਰੀਅਤ ਆ, ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ, ਅਤੇ ਫਿਰ ਆਪਾਂ ਜਿੱਦ ਕਿਉਂ ਕਰ ਰਹੇ ਹਾਂ? ਉੱਦਾਂ ਹੀ ਵੈਸੇ ਸਪਟੈਂਬਰ 'ਚ ਹੀ ਜਦੋਂ ਕਿਸਾਨ ਸੜਕਾਂ 'ਤੇ ਬੈਠੇ ਸੀਗੇ,
ਉਦੋਂ ਹੀ ਸਰਕਾਰ ਨੂੰ ਆਪਣੇ ਜ਼ਿੰਮੇਵਾਰ ਮੰਤਰੀਆਂ ਨੂੰ ਭੇਜ ਕੇ ਉੱਥੇ ਇਹਨਾਂ ਦੇ ਨਾਲ ਇਹ ਮਾਮਲਾ ਸੈਟਲ ਕਰ ਲੈਣਾ ਚਾਹੀਦਾ ਸੀਗਾ। ਇਹ ਦੇਸ਼ ਦੇ ਹਿੱਤ ਵਿੱਚ ਹੈ। ਫਰਜ਼ ਕਰੋ ਗੋਲੀਆਂ ਮਾਰ ਕੇ ਉੱਥੋਂ ਬੰਦੇ ਮਾਰ ਦੇਣਗੇ ਤੇ ਪੰਜਾਬ ਤਾਂ ਪਹਿਲਾਂ ਹੀ ਏਲੀਨੇਟ ਹੋ ਗਿਆ ਮੇਨ ਸਟ੍ਰੀਮ ਚੋਂ। ਪੰਜਾਬ ਦੇ ਵਿੱਚ ਪਹਿਲਾਂ ਵੀ ਆਪਾਂ ਮਿਲੀਟੈਂਸੀ ਦੇ ਦੌਰ ਵਿੱਚ ਬਹੁਤ ਵੱਡਾ ਖਮਿਆਜ਼ਾ ਭੁਗਤ ਚੁੱਕੇ ਹਾਂ ਤੇ ਜਦੋਂ ਆਪਾਂ ਧੱਕੇ ਹੀ ਮਾਰ ਕੇ ਬੰਦੇ ਨੂੰ ਕੱਢਾਂਗੇ ਤੇ ਹੋ ਸਕਦਾ ਨੌਜਵਾਨ ਤਬਕਾ ਜਿਹੜਾ ਫੇਰ ਭੜਕ ਜਾਵੇ ਤੇ ਸਾਰੀ ਇੱਕ ਵਾਇਲੈਂਟ ਮੂਵਮੈਂਟ ਪੰਜਾਬ ਦੇ ਵਿੱਚ ਦੁਬਾਰਾ ਸ਼ੁਰੂ ਹੋ ਜਾਏ, ਜਿਹਦੀ ਸਿੱਧੀ ਰਿਸਪੌਂਸਿਬਿਲਿਟੀ ਬੀਜੇਪੀ ਸਰਕਾਰ ਦੀ ਹੋਵੇ। ਇਹ ਕਹਿਣਾ ਚਾਹੁੰਦੇ ਜੀ ਅਸੀਂ। ਪਰ ਤੁਹਾਨੂੰ ਲੱਗਦਾ ਇਦਾਂ ਨਹੀਂ ਹੋਏਗਾ ਕਿਉਂਕਿ ਹੁਣ ਤੱਕ ਤਾਂ ਉਹ ਸ਼ਾਂਤਮਈ ਤਰੀਕੇ ਤੇ ਬੈਠੇ ਨੇ ਔਰ ਆਪਣੀ ਮੰਗਾਂ ਜਿਹੜੀਆਂ ਹੈ ਉਹ ਰੱਖ ਕੇ ਬੈਠੇ ਨੇ ਕਿ ਕਾਨੂੰਨ ਵਾਪਸ। ਸਾਡੀ ਤਾਂ ਇਹੀ ਅਪੀਲ ਹੈ ਕਿ ਬਿਲਕੁਲ ਸਰਕਾਰ ਨੂੰ ਡਾਇਲੌਗ ਦੇ ਰਾਹੀਂ, ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਕੰਪਲੀਟਲੀ ਪੀਸਫੁਲ ਹੈ ਅੱਜ ਤੱਕ। ਔਰ ਉਹਨਾਂ ਨੇ ਜਿੰਨੀ ਵਾਰੀ ਸੱਦਿਆ, ਭਾਵੇਂ ਉਹਨਾਂ ਨੇ ਬੁਲਾ ਕੇ ਇਹਨਾਂ ਦੀ ਬੇਇੱਜ਼ਤੀ ਵੀ ਕੀਤੀ ਇੱਕ ਅੱਧੀ ਵਾਰੀ ਅਫਸਰਾਂ ਦੇ ਕੋਲ ਬਿਠਾਤਾ ਜਾ ਕੇ, ਪਰ ਕਿਸਾਨ ਜਥੇਬੰਦੀਆਂ ਨੇ ਟਾਕਸ ਤੋਂ ਕਦੇ ਵੀ ਮਨਾ ਨਹੀਂ ਕੀਤਾ। ਔਰ ਉਹਨਾਂ ਨੇ ਅੱਜ ਵੀ ਮੈਂ ਬਿਆਨ ਪੜ੍ਹਿਆ ਉਹਨਾਂ ਦਾ ਕਿ ਅਸੀਂ ਅਗਲੇ ਰਾਊਂਡ ਦੀਆਂ ਗੱਲਬਾਤ ਵਾਸਤੇ ਮੁੜ ਤਿਆਰ ਹਾਂ, ਪਰ ਸਾਡੀਆਂ ਕੁਝ ਜਿਹੜੀਆਂ ਰੀਜ਼ਨੇਬਲ ਸ਼ਰਤਾਂ ਉਹ ਸਰਕਾਰ ਮੰਨੇ। ਇਸ ਕਰਕੇ ਇਸ ਮਸਲੇ ਨੂੰ ਜਿੰਨਾ ਚੰਗੇ ਢੰਗ ਨਾਲ, ਜਿੰਨਾ ਛੇਤੀ ਤੇ ਜਿੰਨਾ ਸ਼ਾਂਤਮਈ ਢੰਗ ਨਾਲ ਸਰਕਾਰ ਨਿਬੇੜ ਲੂ ਕਿ ਚੰਗੇ ਰਹਿਣਗੇ। ਖਹਿਰਾ ਸਾਹਿਬ, ਖਦਸ਼ਾ ਉਹਨਾਂ ਨੂੰ ਵੀ ਇਹੀ ਹੈ ਕਿ ਕੱਲ੍ਹ ਨੂੰ 370 ਤੇ NRC ਤੇ ਹੋਰ ਲੋਸ ਤੇ ਜਿਹੜੇ ਉਹਨਾਂ ਨੇ ਬਣਾਏ ਨੇ ਉਸ ਤੇ ਵੀ ਕਿਤੇ ਨਾ ਕਿਤੇ ਫਿਰ ਇਹ ਜਾਰੀ ਹੋ ਜਾਏ। ਜਿਵੇਂ ਤੁਸੀਂ ਕਹਿ ਰਹੇ ਹੋ ਰੈਫਰੈਂਡਮ ਕਰਾ ਲਓ, ਕੱਲ੍ਹ ਨੂੰ ਉੱਠ ਕੇ ਕਹਿਣਗੇ ਕਿ ਰੈਫਰੈਂਡਮ ਕਰਾ ਲਓ। ਉਹਨਾਂ ਨੂੰ ਇਨਸਿਕਿਉਰਿਟੀ ਹੈ ਕਿ ਕਿਤੇ ਉਹ ਨਾ ਵਾਪਸ ਲੈਣੇ ਜਾਂ ਉਹਦੇ ਲਈ ਆਵਾਜ਼। ਇਹਦਾ ਮਤਲਬ ਹੈ ਕਿ ਸਰਕਾਰ ਨੂੰ ਪਤਾ ਵਾ ਕਿ ਅਸੀਂ ਇਹ ਕਾਨੂੰਨ ਬਣਾਏ ਨੇ ਜਿਹੜੇ ਲੋਕ ਵਿਰੋਧੀ ਨੇ। ਉਹ ਡਰਦੇ ਤਾਈਓ ਆ ਨਾ। ਜਿਹੜੇ ਕਾਨੂੰਨ ਲੋਕਾਂ ਦੀ ਹਿੱਤ ਦੇ ਹੁੰਦੇ ਆ, ਜਿਹੜੇ ਪੋਪੂਲਰ ਲਾਜ਼ ਆ, ਉਹਨਾਂ ਤੱਕ ਕਦੀ ਚੁਣੌਤੀ ਨਹੀਂ ਹੁੰਦੀ। ਇਸ ਕਰਕੇ ਜਦੋਂ ਸਰਕਾਰ ਗਲਤ ਕੰਮ ਕਰ ਰਹੀ ਹੈ, ਆਪਣੀ ਮੈਜੋਰਿਟੀ ਦਾ ਦੁਰਉਪਯੋਗ ਕਰ ਰਹੀ ਹੈ, ਉਦੋਂ ਡਰਦੀ ਹੈ ਨਾ। ਔਰ ਅਸੀਂ ਜਿਹੜਾ ਰੈਫਰੈਂਡਮ ਦਾ ਪੇਸ਼ਕਸ਼ ਕਰ ਰਹੇ ਹਾਂ, ਜੇ ਸਰਕਾਰ ਫਰਜ਼ ਕਰੋ ਨਹੀਂ ਮੰਨਦੀ ਇੱਕ ਮਿੰਟ ਵਾਸਤੇ, ਇਹਦਾ ਮਤਲਬ ਸਰਕਾਰ ਝੂਠੀ ਆ। ਤੇ ਜੇ ਮੰਨ ਕੇ ਵੋਟ ਵਿੱਚ ਹਾਰ ਜਾਂਦੀ ਹੈ ਤੇ ਤਾਂ ਪਤਾ ਲੱਗ ਜੂਗਾ ਕਿ ਬਹੁ ਗਿਣਤੀ ਲੋਕ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਨੇ। ਤਾਂ ਉਹ ਤਾਂ ਇਹਨੂੰ ਕਹਿਣਗੇ ਨਾ ਕਿ ਪੋਲੀਟੀਕਲ ਗੱਲ ਕਹੀ ਹੈ, ਲੌਜੀਕਲ ਤਾਂ ਹੈ ਹੀ ਨਹੀਂ ਹੈ, ਰੈਫਰੈਂਡਮ ਨਹੀਂ ਬਣਦਾ ਹੋਰ ਕਿਉਂਕਿ ਸੂਬੇ। ਇਹਦੇ ਨਾਲੋਂ ਜ਼ਿਆਦਾ ਹੋਰ ਲੌਜੀਕਲ ਕੀ ਹੋ ਸਕਦਾ ਵਾ? ਬੰਦੂਕ ਦੀ ਗੋਲੀ ਨਾਲੋਂ ਤਾਂ ਚੰਗਾ ਨਾ ਇਹ। ਦੱਸੋ ਮੈਨੂੰ, ਕੁਝ ਸਮਝਾਓ ਇਹਦੇ 'ਚ ਕੀ ਮਾੜਾ ਕਹਿ ਰਹੇ ਹਾਂ ਅਸੀਂ ਇਹ ਸਿਰਫ ਕਹਿ ਰਹੇ ਹਾਂ ਕਿ ਇੱਕ ਪੀਸਫੁਲ ਤਰੀਕੇ ਨਾਲ ਵੋਟ ਪਵਾ ਕੇ ਰਾਇਸ਼ੁਮਾਰੀ ਕਰਾ ਕੇ ਦੇਖ ਲਓ, ਠੀਕ ਹੈ। ਹੁਣ ਜੇ ਉਹ ਨਹੀਂ ਕਰਾਉਂਦੇ, ਉਹ ਤਾਂ ਚਲੋ ਕੇਂਦਰ ਦੀ ਸਰਕਾਰ ਦੀ ਮਰਜ਼ੀ ਆ, ਪਰ ਜਦੋਂ ਉਹ ਨਹੀਂ ਕਰਾਉਣਗੇ, ਗੱਲ ਨੂੰ ਦਰਨਕਾਰ ਕਰਨਗੇ, ਇਹਦਾ ਮਤਲਬ ਹੈ ਕਿ ਉਹ ਅੰਦਰੋਂ ਇਸ ਸਾਰੇ ਸੰਘਰਸ਼ ਤੋਂ ਘਬਰਾਏ ਹੋਏ ਨੇ ਤੇ ਉਹਨਾਂ ਨੂੰ ਪਤਾ ਵਾ ਕਿ ਬਹੁ ਗਿਣਤੀ ਲੋਕ ਜਿਹੜੇ ਸਾਡੇ ਦੇਸ਼ ਦੇ ਘੱਟੋ ਘੱਟ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਇਹ ਲੋਕ ਨਹੀਂ ਚਾਹੁੰਦੇ ਕਾਨੂੰਨ, ਪਰ ਅਸੀਂ ਧੱਕੇ ਨਾਲ ਉਹਨਾਂ ਨੂੰ ਮਨਾਉਣਾ। ਦੂਸਰਾ ਰਸਤਾ ਇੱਕ ਹੋਰ ਵੀ ਹੈਗਾ ਵਾ ਕਿ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ। ਸਾਨੂੰ ਕਿਹੜਾ ਇਤਰਾਜ਼ ਆ? ਆਂਧਰਾ ਪ੍ਰਦੇਸ਼ ਅਗਰ ਚਾਹੁੰਦਾ, ਤਾਮਿਲਨਾਡੂ ਚਾਹੁੰਦਾ, ਇਹਨਾਂ ਕਾਨੂੰਨਾਂ ਨੂੰ ਕਰ ਦਿਓ ਲਾਗੂ। ਤੁਸੀਂ ਪੰਜਾਬ ਨੂੰ ਤੁਸੀਂ ਤੇ ਹਰਿਆਣੇ ਨੂੰ ਜਾਂ ਪੰਜਾਬ ਇਕੱਲੇ ਨੂੰ ਤੁਸੀਂ 2-3 ਸਾਲ ਛੱਡ ਦਿਓ। ਅਗਰ ਸਾਨੂੰ ਲੱਗਿਆ ਕਿ ਕਾਨੂੰਨ ਬਹੁਤ ਚੰਗੇ ਨੇ, ਬੜੀ ਤਰੱਕੀ ਹੋਗੀ ਕਿਸਾਨਾਂ ਦੀ, ਅਸੀਂ ਆਪ ਮੰਗ ਕੇ ਲੈ ਲਾਂਗੇ। ਪਰ ਅੱਜ ਕਿਉਂਕਿ ਬੱਚਾ ਇਹਨਾਂ ਦੇ ਖਿਲਾਫ ਹੈ ਤੇ ਤੁਹਾਨੂੰ ਜ਼ਬਰ ਤੇ ਜਨਾਹ ਤੇ ਜ਼ੋਰ ਤੇ ਜ਼ੁਲਮ ਇਹ ਨਹੀਂ ਕਰਨਾ ਚਾਹੀਦਾ। ਬਿਹਾਰ ਹੋਰ ਜਗ੍ਹਾਵਾਂ ਦੀ ਇਹ ਸਟੇਟਮੈਂਟਸ ਆਈਆਂ ਕਿ ਇਹ ਨਹੀਂ, ਸਾਨੂੰ ਇਹਦਾ ਜਿਹੜਾ ਡਰਾਬੈਕ ਹੈ ਉਹ ਹਲੇ ਵੀ ਭੁਗਤਣਾ ਪੈ ਰਿਹਾ, ਅਸੀਂ ਹਲੇ ਵੀ ਮਤਲਬ ਰਿਗਰੈਟ ਹੈ ਕਿ ਅਸੀਂ ਇਹ ਲਾਅ ਜਿਹੜਾ ਹੈ ਅਡਾਪਟ ਕੀਤਾ। ਦੇਖੋ, ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੂਲਨ ਤਾਂ ਡੈਮੋਕ੍ਰੇਸੀ ਦਾ ਮਤਲਬ ਹੀ ਇਹ ਆ ਕਿ ਜਿਹੜਾ ਕਾਨੂੰਨ ਆ ਉਹ ਲੋਕਾਂ ਦੀ ਮਰਜ਼ੀ ਦੇ ਨਾਲ ਬਣੇ। ਸੋ ਜਿਹੜੀ ਸਟੇਟ ਚਾਹੁੰਦੀ ਆ ਕਿ ਹਾਂਜੀ ਅਸੀਂ ਇਹ ਕੰਟਰੈਕਟ ਫਾਰਮਿੰਗ, ਅਸੀਂ ਕਾਰਪੋਰੇਟ ਇਨਵੈਸਟਮੈਂਟ, ਅਸੀਂ APMC ਦੀ ਅਬੋਲਿਸ਼ਨ, ਅਸੀਂ ਐਸੈਂਸ਼ੀਅਲ ਕਮੋਡਿਟੀਜ਼ ਨੂੰ ਖਤਮ ਕੀਤੇ ਜਾਣਾ, ਜਿਹੜੀ ਹੋਰਡਿੰਗ ਸਟਾਕਿੰਗ ਸੀਗੀ, ਅਸੀਂ ਇਹਦੇ ਹੱਕ ਵਿੱਚ ਆ। ਉਹਨਾਂ ਸੂਬਿਆਂ ਨੂੰ ਤੁਸੀਂ ਦੇ ਦਿਓ ਤੇ ਜਿਹੜੇ ਸਟੇਟਸ ਆਬਜੈਕਟ ਕਰ ਰਹੇ ਨੇ ਉਹਨਾਂ ਸਟੇਟਸ ਨੂੰ ਤੁਸੀਂ ਧੱਕੇ ਨਾਲ ਇੰਪਲੀਮੈਂਟ ਨਾ ਕਰੋ। ਇਹ ਤਾਂ ਫਿਰ ਸਿਰਫ ਮੈਂ ਉਹੀ ਕਹਿਣਾ ਨਾ ਕਿ BJP ਫਿਰ ਆਪਣੀ ਮੈਜੋਰਿਟੀ ਦਾ ਦੁਰਉਪਯੋਗ ਕਰ ਰਹੀ ਨਾ। ਉਹ ਕੋਈ ਪੋਜ਼ਿਟਿਵ ਉਪਯੋਗ ਨਹੀਂ ਹੋ ਰਿਹਾ, ਉਹ ਦੁਰਉਪਯੋਗ ਹੋ ਰਿਹਾ। ਕਿੰਨੇ ਲੋਕ ਖੱਜਲ ਖੁਆਰ ਹੋ ਰਹੇ ਨੇ। 11 ਤਾਂ ਬੰਦੇ ਹੀ ਮਰ ਗਏ ਨੇ ਜੀ ਇਸ ਸੰਘਰਸ਼ ਦੇ ਵਿੱਚ ਕਿਸਾਨ। ਇਹ ਥੋੜ੍ਹੀਆਂ ਮੌਤਾਂ ਨੇ। ਕਿੰਨੇ ਲੋਕ ਆਪਣੇ ਘਰਾਂ 'ਚੋਂ ਔਰਤਾਂ, ਬਜ਼ੁਰਗ ਔਰਤਾਂ, ਬੱਚੇ ਉੱਥੇ ਇੰਨੀ ਸਰਦੀ ਦੀ ਰੁੱਤ ਵਿੱਚ ਭੁੰਜੇ ਸੜਕਾਂ 'ਤੇ ਪਏ ਨੇ। ਉਹਨਾਂ ਨੂੰ ਕੋਈ ਖੁਸ਼ੀ ਨਾਲ ਪਹੁੰਚੇ ਹੋਏ ਨੇ ਉੱਥੇ। ਇਹਨਾਂ ਤਾਂ ਉਹਨਾਂ ਦੀ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ। BJP ਕਹਿ ਰਹੀ ਹੈ ਕਿ ਅਸੀਂ ਜਿੰਨਾ ਮੰਨ ਸਕਦੇ ਸੀਗੇ ਮੰਨ ਗਏ। ਹੁਣ ਲੋਕ ਜਾਂ ਤਾਂ ਆਪਣੇ ਆਪ, ਮਦਨ ਮੋਹਨ ਮਿੱਤਲ ਤੇ ਮੈਂ ਗੱਲਬਾਤ ਕੀਤੀ ਸੀ, ਉਹ ਕਹਿੰਦੇ ਥੱਕ ਹਾਰ ਕੇ ਆਪੇ ਵਾਪਸ ਚੱਲ ਜਾਣਗੇ। ਕਹਿੰਦੇ ਉਹ ਤਾਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਬਦਲ ਜਾਏ, ਕੱਲ੍ਹ ਨੂੰ ਕਹਿਣਗੇ ਰਾਸ਼ਟਰਪਤੀ ਦੀ ਸ਼ਾਸਨ ਲਾ ਦਿਓ। ਕਹਿੰਦੇ ਇਹ ਚੀਜ਼ਾਂ ਹੱਲ ਨਹੀਂ ਹੈ, ਸਾਨੂੰ ਵੀ ਸਰਕਾਰ ਨੂੰ ਵੀ ਬਹੁਤ ਕੁਝ ਸੋਚਣਾ ਪੈਂਦਾ ਹੈ। BJP ਗੱਲ ਦੱਸੋ, ਕਿਸੇ ਨੇ ਕਿਹਾ ਕਿ ਰਾਸ਼ਟਰਪਤੀ ਰਾਜ ਲਾ ਦਿਓ, ਪ੍ਰਧਾਨ ਮੰਤਰੀ ਹਟਾ ਦਿਓ? ਕਿਸੇ ਨੇ ਮੰਗ ਕੀਤੀ ਅੱਜ ਤੱਕ? ਸਿਰਫ ਇਹ ਮੰਗ ਕਰ ਰਹੇ ਨੇ ਨਾ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆ। ਔਰ ਦੇਖੋ, ਕਿਸਾਨ ਅਸੂਲਨ ਤਾਂ ਉਹਨਾਂ ਨੂੰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਇੰਪਲੀਮੈਂਟ ਕਰਨ ਦੀ ਮੰਗ ਰੱਖ ਸਕਦੇ ਸੀਗੇ। ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਉਹਦੀ ਮੰਗ ਰੱਖ ਸਕਦੇ, ਪਰ ਉਹਨਾਂ ਨੇ ਮੰਗਾਂ ਰੱਖੀਆਂ ਹੀ ਕੋਈ ਨਹੀਂ ਗੀਆਂ। ਉਹ ਸਿਰਫ ਕਹਿੰਦੇ ਕਿ ਜਿਹੜੀ ਅਸੀਂ ਆਹ 3 ਲਾਜ਼ ਨੇ ਇਹਨਾਂ ਨੂੰ ਪੰਜਾਬ ਦੇ ਉੱਤੇ, ਸਾਡੇ ਧੱਕੇ ਦੇ ਉੱਤੇ ਇੰਪਲੀਮੈਂਟ ਨਾ ਕਰੋ। ਇਹਨਾਂ 3 ਲਾਜ਼ ਨੂੰ ਸਕ੍ਰੈਪ ਕਰ ਦਿਓ ਤੇ ਅਸੀਂ ਇਸ ਤੋਂ ਅੱਗੇ ਤਾਂ ਉਹਨਾਂ ਦੀ ਕੋਈ ਦੂਜੀ ਡਿਮਾਂਡ ਹੀ ਨਹੀਂ ਗਈ। ਦੇਅਰਫੋਰ BJP ਅੱਜ ਦੀ ਡੇਟ ਵਿੱਚ
ਜਾਣ ਬੁੱਝ ਕੇ ਅੜੀਅਲ ਰਵੱਈਆ ਰਹਿ ਕੇ ਔਰ ਉਲਟਾ ਇੱਕ ਪਾਸੇ ਗੱਲਾਂ ਕਰੀ ਜਾਂਦੇ ਨੇ, ਇੱਕ ਪਾਸੇ ਰੋਜ਼ ਪ੍ਰਧਾਨ ਮੰਤਰੀ ਸਾਹਿਬ ਵੀ ਜਾਂ ਮਿਨਿਸਟਰਸ ਰੋਜ਼ ਬਿਆਨ ਦੇ ਰਹੇ ਨੇ ਕਿ ਕਾਨੂੰਨ ਬਹੁਤ ਚੰਗੇ, ਕਾਨੂੰਨ ਬਹੁਤ। ਤਾਂ ਹੀ ਮੈਂ ਕਹਿੰਦਾ ਕਿ ਇਹਦੇ 'ਚ ਹੋਰ ਕੋਈ ਚਾਰਾ ਨਹੀਂਗਾ, ਰੈਫਰੈਂਡਮ ਕਰਾ ਲਓ, ਰਾਏਸ਼ੁਮਾਰੀ ਕਰਾ ਲਓ, ਜਿਹੜਾ ਜਿੱਤ ਜੂਗਾ ਉਹਦੀ ਗੱਲ ਮੰਨੀ ਜਾਵੇ। ਪੋਲੀਟੀਕਲ ਮਾਈਲੇਜ ਕੁਝ ਲੋਕ ਲੈ ਰਹੇ ਨੇ, ਕਾਂਗਰਸ ਪਾਰਟੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਹਰ ਕੋਈ ਕਿਸਾਨ ਹਿਮਾਇਤੀ ਬਣਿਆ ਹੋਇਆ ਹੈ। ਤੁਹਾਨੂੰ ਲੱਗਦਾ ਪੋਲੀਟੀਕਲ ਮਾਈਲੇਜ ਕਿੰਨੀ ਕੁ ਜਾਇਜ਼ ਹੈ, ਨਹੀਂ ਜਾਇਜ਼, ਜਾਂ ਕਿੰਨੇ ਕੌਣ ਹਿਮਾਇਤੀ? ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ, ਕਿਸਾਨਾਂ ਦੇ ਸਾਰੇ ਹੀ ਹਮੇਤੀ ਨੇ। ਪੰਜਾਬ ਬੇਸਿਕਲੀ ਐਗਰੀਰੀਅਨ ਸਟੇਟ ਆ, ਅਸੀਂ ਸਾਰੇ ਆਪ ਕਿਸਾਨ ਆ, ਤਾਂ ਕਿਸਾਨਾਂ ਦੀ ਸਪੋਰਟ ਕਿਉਂ ਨਹੀਂ ਕਰਨਗੇ? ਹਾਂ, ਜਿਹੜੀਆਂ ਪਾਰਟੀਆਂ ਨੇ ਆਪਣੇ ਝੰਡੇ ਨਾਲ ਪ੍ਰੋਗਰਾਮ ਕੀਤਾ ਉਹ ਗਲਤ ਸੀਗਾ, ਚਾਹੇ ਕਾਂਗਰਸ ਨੇ ਟਰੈਕਟਰ ਰੈਲੀ ਕੱਢੀ, ਚਾਹੇ ਸੁਖਬੀਰ ਬਾਦਲ ਨੇ ਮਾਰਚ ਕੱਢਿਆ, ਚਾਹੇ ਭਗਵੰਤ ਨੇ ਗ੍ਰਾਮ ਸਭਾ ਦਾ ਉਹ ਬਣਾ ਲਿਆ ਐਵੇਂ ਇੱਕ ਕਿ ਮੈਂ ਗੱਲਾਂ ਬਾਤਾਂ ਕਰੂੰਗਾ, ਉਹ ਗਲਤ ਸੀ। ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਥੱਲੇ ਸਾਰੇ ਰਲ ਮਿਲ ਕੇ ਉਹਨਾਂ ਦੀ ਸਪੋਰਟ ਕਰੋ, ਇਸ ਨੂੰ ਵੋਟਾਂ ਨਾਲ ਕਨੈਕਟ ਨਾ ਕਰੋ। ਵੋਟਾਂ 2022 ਜਦੋਂ ਆਉਣਗੀਆਂ ਬਾਅਦ ਚ ਦੇਖ ਲਾਂਗੇ, ਪਹਿਲਾਂ ਇੱਕ ਵਾਰੀ ਕਿਸਾਨ ਅੰਦੋਲਨ ਨੂੰ ਕਾਮਯਾਬ ਕਰ ਲਈਏ। ਅਰਵਿੰਦ ਕੇਜਰੀਵਾਲ ਇਲਜ਼ਾਮ ਲਗਾ ਰਹੇ ਨੇ ਕੈਪਟਨ ਅਮਰਿੰਦਰ ਤੇ, ਕੈਪਟਨ ਅਮਰਿੰਦਰ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਨੇ ਕਿ ਇਹਨਾਂ ਦਾ ਅਡਾਨੀਆਂ ਨਾਲ ਸ਼ੇਅਰ ਹੈ, ਇਹਨਾਂ ਨੇ ਅਡਾਨੀਆਂ ਦੀ ਬਿਜਲੀ ਉਹਨਾਂ ਦੀ ਆਪਸੀ ਲੜਾਈ ਹੋਊਗੀ, ਪਰ ਕੇਜਰੀਵਾਲ ਇੱਕ ਗੱਲ ਦਾ ਅੱਜ ਤੱਕ ਜਵਾਬ ਨਹੀਂ ਦੇ ਸਕਿਆ ਕਿ ਜਿਹੜੀ 3 ਕਾਨੂੰਨਾਂ ਚੋਂ ਇੱਕ ਕਾਨੂੰਨ ਦੀ ਨੋਟੀਫਿਕੇਸ਼ਨ ਕਰਕੇ ਉਹਨਾਂ ਨੇ ਦਿੱਲੀ 'ਚ ਕਿਉਂ ਲਾਗੂ ਕੀਤਾ। 23 ਨਵੰਬਰ ਦੀ ਨੋਟੀਫਿਕੇਸ਼ਨ ਅੱਜ ਵੀ ਬਰਕਰਾਰ ਹੈ। ਉਹ ਜਦੋਂ ਵੀ ਗੱਲ ਕਰਦੇ ਉਹਨਾਂ ਨੇ ਨੋਟੀਫਿਕੇਸ਼ਨ ਰੱਦ ਕਰਨ ਦੀ ਅੱਜ ਤੱਕ ਗੱਲ ਨਹੀਂ ਕੀਤੀ। ਔਰ ਨਾਲੇ ਕੇਜਰੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਵਾਕਈ ਪੰਜਾਬ ਦੇ ਤੇ ਕਿਸਾਨਾਂ ਦੇ ਹਿਤੈਸ਼ੀ ਆ, ਤੁਸੀਂ ਦਿੱਲੀ ਦੀ ਵਿਧਾਨ ਸਭਾ ਵਿੱਚ ਸੈਸ਼ਨ ਬੁਲਾ ਕੇ ਇੱਕ ਮਤਾ ਪਾਸ ਕਰਕੇ ਇਹਨੇ ਕਾਲੇ ਕਾਨੂੰਨਾਂ ਨੂੰ ਰੱਦ ਕਰੋ, ਤਾਂ ਲੱਗੂਗਾ ਪਤਾ ਵੀ ਹਾਂ ਕੇਜਰੀਵਾਲ ਵਾਕਈ ਕਿਸਾਨਾਂ ਦੇ ਨਾਲ ਹੈ। ਬਾਕੀ ਸਾਰੀ ਲਫ਼ਜ਼ੀ ਕਾਰਵਾਈ ਤੋਂ ਜੋ ਸਾਰੇ ਕਰੀ ਜਾਂਦੇ ਨੇ ਅੱਜ ਦੀ ਡੇਟ। ਇੱਕ ਆਖਰੀ ਸਵਾਲ ਹੈਗਾ, ਤੁਸੀਂ ਜਿਹੜੀ ਚਿੱਠੀ ਲਿਖੀ ਹੈ ਉਸ ਦਾ ਥੋੜਾ ਜਿਹਾ ਦੱਸੋ ਕਿ ਇਹ ਰੈਫਰੈਂਡਮ ਤੋਂ ਇਲਾਵਾ ਕੋਈ ਹੋਰ ਅਲਟਰਨੇਟਿਵ ਦੀ ਵੀ ਗੱਲ ਕੀਤੀ ਗਈ ਹੈ ਜਾਂ ਕਾਨੂੰਨ ਵਾਪਸ ਲੈਣ ਦੀ ਗੱਲ? ਇਹਦੇ 'ਚ ਉਹ ਤਾਂ ਅਸੀਂ ਕਹਿ ਹੀ ਰਹੇ ਹਾਂ ਕਿ ਤੁਸੀਂ ਲੌਜ਼ ਵਾਪਸ ਲੈ ਲਓ ਪੀਸਫੁਲੀ, ਗੱਲ ਮੁੱਕ ਗਈ ਆ, ਜਾਂ ਪੰਜਾਬ ਨੂੰ ਐਗਜ਼ੈਂਪਟ ਕਰ ਦਿਓ, ਗੱਲ ਮੁੱਕ ਗਈ ਆ। ਤੇ ਜੇ ਨਹੀਂ ਬਿਲਕੁਲ ਹੈਗਾ ਤੇ ਫਿਰ ਇੱਕ ਰਾਏਸ਼ੁਮਾਰੀ ਕਰਾ ਕੇ ਰੈਫਰੈਂਡਮ ਦੇ ਤਹਿਤ ਇਸ ਡੈਡਲੌਕ ਨੂੰ ਤੋੜਨ ਦਾ ਹੋਰ ਤਰੀਕਾ ਹੀ ਕੋਈ ਨਹੀਂਗਾ ਪੀਸਫੁਲ। ਬਾਕੀ ਗੋਲੀਆਂ ਦਾ ਰਾਹ ਹੈਗਾ ਵਾ, ਉਹ ਫਿਰ ਤੁਹਾਨੂੰ ਪਤਾ ਵਾ ਕਿ ਉਹਦੇ ਕਿੱਦਾਂ ਦੇ ਗੰਭੀਰ ਸਿੱਟੇ ਨਿਕਲਦੇ ਨੇ। ਅੱਜ ਤੱਕ ਲੋਕੀ ਜਿਹੜੇ ਘੱਲੂਘਾਰੇ ਹੋਏ ਉਹ ਨਹੀਂ ਭੁੱਲੇ, ਜਿਹੜਾ ਆਜ਼ਾਦ ਭਾਰਤ ਵਿੱਚ ਕਤਲੋਗਾਰਤ ਹੋਈ, ਚਾਹੇ ਸਿੱਖਾਂ ਦੀ ਹੋਈ ਚਾਹੇ ਮੁਸਲਮਾਨਾਂ ਦੀ ਹੋਈ, ਉਹ ਅੱਜ ਤੱਕ ਨਹੀਂ ਲੋਕ ਭੁੱਲ ਰਹੇ। ਖੈਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਰੈਫਰੈਂਡਮ 2020 ਦੇ ਜਿਹੜੇ ਪਹਿਲਾਂ ਗੱਲ ਕਰਦੇ ਸੀਗੇ ਉਹ ਵੀ ਉਧਰ ਨੂੰ ਡਾਇਵਰਟ ਹੋਏਗਾ, ਜਿਨ੍ਹਾਂ ਨੂੰ ਨਹੀਂ ਸਮਝ ਹੈ ਕਿਸ ਚੀਜ਼ਾਂ ਦੀ, ਉਹ ਵੀ ਡਾਇਵਰਟ? ਨਥਿੰਗ ਟੂ ਡੂ ਵਿਦ ਰੈਫਰੈਂਡਮ 2020, ਇਟ ਇਜ਼ ਅ ਰੈਫਰੈਂਡਮ ਸਪੈਸੀਫਿਕਲੀ ਫॉर ਥੀਸ 3 ਫਾਰਮ ਲਾਜ਼ ਜਿਹੜੀ ਬੀਜੇਪੀ ਜਿੱਦ ਕਰਕੇ ਸਾਡੇ ਉੱਤੇ ਧੱਕੇ ਨਾਲ ਥੋਪਣਾ ਚਾਹੁੰਦੀ ਹੈ। ਸ਼ੁਕਰੀਆ। ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ, ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਰੈਫਰੈਂਡਮ ਹੋਵੇ ਸ਼ਾਂਤੀਪੂਰਨ ਤਰੀਕੇ ਨਾਲ, ਔਰ ਇਸ ਰੈਫਰੈਂਡਮ ਰਾਹੀਂ ਫਾਰਮ ਲੋਜ਼ ਤੇ ਇੱਕ ਸਿੱਟਾ ਨਿਕਲ ਸਕਦਾ ਹੈ। ਲੋਕ ਆਪਣਾ ਓਪੀਨੀਅਨ ਦੇ ਸਕਦੇ ਨੇ ਕਿ ਕਿਹੜੀ ਸਟੇਟ ਦੇ ਅੰਦਰ ਇਹ ਲਾਗੂ ਕਰਨਾ ਹੈ ਨਹੀਂ। ਹਾਲਾਂਕਿ ਹੋਰ ਦੇਸ਼ਾਂ ਦੇ ਹਵਾਲੇ ਲਿੱਤੇ ਜਿੱਥੇ ਐਡਵਾਂਸ ਡੈਮੋਕ੍ਰੇਸੀ ਹੈਗੀ ਹੈ, ਮਾਡਰਨ ਡੈਮੋਕ੍ਰੇਸੀ ਹੈਗੀ ਹੈ, ਆਸਟ੍ਰੇਲੀਆ, US, ਉੱਥੇ ਦੇ ਸੁਖਪਾਲ ਖਹਿਰਾ ਨੇ ਹਵਾਲੇ ਦਿੱਤੇ ਨੇ। ਕੈਮਰਾ ਪਰਸਨ ਸੂਰਜ ਦੇ ਨਾਲ ਅਮਨ ਭਾਰਦਵਾਜ, ਜਗਬਾਣੀ, ਚੰਡੀਗੜ੍ਹ।